ਹਰਮਨ ਦੇ ਅਗਵਾਕਾਰਾਂ ਨੂੰ ਜੋ 30 ਲੱਖ ਰੁਪਏ ਮਿਲ ਜਾਂਦੇ ਤਾਂ ਵੀ ਉਹ ਆਪਣੇ ਪਰਿਵਾਰ ਨੂੰ ਜਿਉਂਦਾ ਨਾ ਮਿਲਦਾ, ਕਿਉਂਕਿ ਉਸ ਦਾ ਕਤਲ ਤਾਂ 25 ਨਵੰਬਰ ਨੂੰ ਹੀ ਕਰ ਦਿੱਤਾ ਗਿਆ ਸੀ। ਖੇਤਾਂ 'ਚ ਦੱਬੀ ਹਰਮਨ ਦੀ ਲਾਸ਼ ਮਿਲੀ, ਪਰਿਵਾਰ 'ਚ ਵੈਣ ਪੈ ਗਏ। ਕਾਨੂੰਨ ਵਿਵਸਥਾ ਤੇ ਸਵਾਲ ਉੱਠੇ ਤਾਂ ਪੁਲਿਸ ਵੀ ਫੌਰਨ ਐਕਸ਼ਨ ਦੇ ਵਿੱਚ ਆਈ ਤੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਵੱਡੇ ਖੁਲਾਸੇ ਹੋਏ ਨੇ। ਇਸ ਕਤਲ ਕੇਸ ਦੇ ਵਿੱਚ ਵੱਡੀ ਗੱਲ ਇਹ ਰਹੀ ਕਿ ਅਗਵਾਕਾਰਾਂ ਨੂੰ ਫਿਰੌਤੀ ਦੇ 30 ਲੱਖ ਰੁਪਏ ਜੇਕਰ ਮਿਲ ਵੀ ਜਾਂਦੇ ਤਾਂ ਵੀ ਹਰਮਨ ਨਹੀਂ ਬਚਦਾ, ਕਿਉਂਕਿ ਪੁਲਿਸ ਮੁਤਾਬਕ ਅਗਵਾ ਵਾਲੇ ਦਿਨ ਯਾਨੀ ਕਿ 25 ਨਵੰਬਰ ਨੂੰ ਹੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕੇਸ ਦੇ ਮੁੱਖ ਮੁਲਜ਼ਮ ਨਵਜੋਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਹਰਮਨ ਦਾ ਕਤਲ ਕਰ ਦਿੱਤਾ ਸੀ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਦੁਬਈ ਭੱਜ ਗਿਆ ਤੇ ਉੱਥੋਂ ਹੀ ਉਸਨੇ ਪਰਿਵਾਰ ਨੂੰ WhatsApp ਕਾਲ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੇਣ ਦੇ ਲਈ ਕਿਹਾ। जदों ये बंदा ले आते हैं इसके गुरसेवक के घर पे शामखेड़ा पिंच, तो विद इन फ्यू आवर्स ही वो है इसका ये लोग इसको मार डालते हैं, गला घोट के मोस्ट प्रॉब्ली। हालांकि पोस्टमार्टम में भी क्लियरिटी हमें और आ जाएगी, बट हम लोग सस्पेक्ट यही कर रहे हैं। तो इसमें 3-4 बंदे जड़े हैं, इन्होंने इसके ऊपर चढ़ के गला घोट के इसकी हत्या कर दी और फिर इन सब ने मिल के उसकी बॉडी वहाँ दफनाई। उसके बाद कहा, उसने प्लान बनाया कि हुन आप ये फिरौती भी लेंगे। ਇਸ ਕੇਸ ਦੇ ਵਿੱਚ ਹੈਰਾਨੀ ਤਾਂ ਉਸ ਵੇਲੇ ਹੋਰ ਹੋਈ ਜਦੋਂ ਇਹ ਖੁਲਾਸਾ ਹੋਇਆ ਕਿ ਫਿਰੌਤੀ ਦੀ ਚਿੱਠੀ ਲਿਖਣ ਵਾਲਾ ਕੋਈ ਹੋਰ ਨਹੀਂ ਸਗੋਂ ਇੱਕ ਸਕੂਲੀ ਬੱਚਾ ਸੀ ਜਿਸ ਤੋਂ ਉਸਦੇ ਪਿਤਾ ਨੇ ਇੱਕ ਕੰਮ ਕਰਵਾਇਆ। ਕਤਲ 'ਚ ਸ਼ਾਮਲ ਇਹ ਸ਼ਖਸ ਵੀ ਹੁਣ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਹੈ। इन्वेस्टिगेशन पता चला कि ये चिट्ठी लिखने वाला और कोई नहीं, एक माइनर बच्चा है जो एक एक्यूज्ड का है। मतलब हद ये होगी कि एक्यूज अपने बच्चे का इस्तेमाल कर रहा है इस तरह के रैंसम कॉल्स या चिट्ठी लिखवाने में। ਹਰਮਨ ਨੂੰ ਕਤਲ ਕਰਨ ਦੀ ਯੋਜਨਾ ਪਹਿਲਾਂ ਹੀ ਬਣ ਗਈ ਸੀ ਤੇ ਮਾਰ ਕੇ ਕਿੱਥੇ ਉਸ ਨੂੰ ਦੱਬਣਾ ਹੈ ਉਹ ਥਾਂ ਵੀ ਪਹਿਲਾਂ ਹੀ ਤੈਅ ਕਰ ਲਈ ਗਈ ਸੀ ਤੇ ਇਸ ਕੇਸ ਦੇ ਵਿੱਚ ਗ੍ਰਿਫਤਾਰ ਗੁਰਸੇਵਕ ਸਿੰਘ ਦੇ ਖੇਤ ਦੇ ਵਿੱਚ ਖੱਡਾ ਪੁੱਟਿਆ ਗਿਆ ਸੀ ਤੇ ਜਦੋਂ ਉਸਨੇ ਖੱਡਾ ਪੁੱਟਣ ਦੀ ਵਜ੍ਹਾ ਪੁੱਛੀ ਤਾਂ ਉਸ ਨੂੰ ਇੱਥੇ ਹਥਿਆਰ ਰੱਖਣ ਦੀ ਗੱਲ ਕਹੀ ਗਈ। उसकी बॉडी उन्होंने वहाँ पे दफनाई थी। बाजार से नमक ला के नमक दे नाल बताया था कि वो उसके बीच में गल जाएगी और इनकी प्लानिंग कुछ दिन पहले से थी। जब हमने पूछताछ की तो पता चला जेड़ा गुरसेवक सिंह है जिसका खेत है, उसने 4-5 दिन पहले ही गड्ढा खोद के रखा था। उससे पूछा भाई गड्ढा तुमने क्यों खोदा था भाई? तो कहता है सर जेड़ा मेन एक्यूज था उसने तो मुझे कहा था कि कुछ हथियार आप स्मगल कर रहे हैं, तुसी इत्थे छुपाना है, तुसी गड्ढा खोद के रखो। ਇਸ ਕਤਲ ਦੀਆਂ ਤਾਰਾਂ ਰਾਜਸਥਾਨ ਦੀ ਗੰਗਾਨਗਰ ਦੇ ਨਾਲ ਵੀ ਜੁੜਦੀਆਂ ਨੇ। ਪਰਿਵਾਰ ਨੂੰ ਇੱਕ ਟ੍ਰੇਨ ਦੇ ਵਿੱਚ ਸਵਾਰ ਹੋ ਕੇ ਇੱਕ ਥਾਂ ਤੇ ਪੈਸੇ ਰੱਖਣ ਦੇ ਲਈ ਕਿਹਾ ਗਿਆ ਸੀ। ਯੋਜਨਾ ਮੁਤਾਬਕ ਕੁਝ ਲੋਕ ਆ ਕੇ ਇਹ ਪੈਸੇ ਚੁੱਕ ਕੇ ਲੈ ਕੇ ਚਲੇ ਜਾਂਦੇ ਤੇ ਪਿੱਛੇ ਪਹਿਲਾਂ ਤੋਂ ਹੀ ਤਿਆਰ ਬੈਠੀ ਪੁਲਿਸ ਗਈ, ਜਿੱਥੋਂ ਇਸ ਕਤਲ ਦੀਆਂ ਕੜੀਆਂ ਜੁੜਨੀਆਂ ਸ਼ੁਰੂ ਹੋਈਆਂ। ट्रेन बेसिकली राजस्थान की तरफ जा रही थी, गिद्दड़बाह तो गंगानगर, गिद्दड़बाह तो गंगानगर जो है। उस ट्रेन में लोग उन्होंने कहा, उन्होंने बेसिकली बताया कि आप इस ट्रेन में अब हुन बैठिए। पहले उन्होंने उनको उधर लेके रेलवे स्टेशन के पास ले गए, फिर कहते तुसी थोड़ी देर वेट करो। उसके बाद कहते हुन ये ट्रेन आ रही है, तुसी फला बॉगी में बैठ जाओ। फिर कहते कि आगे देखो ट्रेन स्लो हो रही है, तुसी उत्थे पैसा छड़ के निकल जाओ। ਇਹ ਕਤਲ ਕਿਉਂ ਕੀਤਾ ਗਿਆ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ, ਪਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ 5 ਮੁਲਜ਼ਮਾਂ ਦੇ ਵਿੱਚ ਮੁੱਖ ਮੁਲਜ਼ਮ ਨਵਜੋਤ ਦੀ ਪਤਨੀ ਵੀ ਸ਼ਾਮਲ ਹੈ ਤੇ ਇੰਤਜ਼ਾਰ ਉਸ ਘੜੀ ਦੀ ਵੀ ਹੈ ਜਦੋਂ ਨਵਜੋਤ ਨੂੰ ਦੁਬਈ ਤੋਂ ਵਾਪਸ ਲਿਆਂਦਾ ਜਾਵੇਗਾ। ਮਲੋਟ ਤੋਂ ਚੇਤਨ ਪੂਰਾ, ਮੁਕਤਸਰ ਤੋਂ ਅਸ਼ਫਾਕ ਡੋਡੀ ਦੇ ਨਾਲ ਸੂਰਜਪਾਨ, ਨਿਊਜ਼ 18 ਪੰਜਾਬ।